श्री नानक पुरुषोत्तमं परम परावरनाथ जुगल चरण मम बंदना धर पर धर कर मात। श्री नानक पुरुषोत्तमं परम परावरनाथ युगल चरण मम बंदना धर पर धर कर माथ। श्री नानक अंगद गुरु अमरदास पगबंद रामदास अर्जन गुरु बार श्री हरगोबिंद। हरि राय हर कृष्ण गुर तेग बहादुर चंद। दसवें गोबिंद सिंह गुर नमो चरण अरबिंद। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सच होए। वाहेगुरु जी की फतेह। विघ्न विनाशन सोए। श्री वाहेगुरु साहिब जी दोहरा सुनी नगर में जह कहाँ श्री गुरु गह मंगवाए। ताए ताए हित हेरने संग चले सब जाए। सुनी नगर में जह तहाँ सतगुरु गरीब नवाज दीन दुनिया दे मालक चवर छतर तख्त दे मालक वाहिगुरु अकाल पुरख जी दे सरगुण स्वरूप दासां गरीबां सिखां सेवकां साडे सारिਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਆਪ ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਭਾਏਮਾਨ ਹੋ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਆਪ ਜੀ ਭਾਗਾਂ ਵਾਲੇ ਹੋ। ਹਰ ਬੁੱਧਵਾਰ ਦੀ ਤਰ੍ਹਾਂ ਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹੋ। ਪਿਆਰ ਨਾਲ ਗੱਜ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਗੁਰੂ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਐਮਨਾਬਾਦ ਦੀ ਧਰਤੀ ਦੇ ਉੱਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਹੋਏ ਹਨ। ਸਤਿਗੁਰੂ ਜੀ ਐਮਨਾਬਾਦ ਦੀ ਧਰਤੀ ਦੇ ਉੱਤੇ ਭਾਈ ਲਾਲੋ ਜੀ ਦੇ ਘਰ ਦੇ ਵਿੱਚ ਰੁਕੇ ਹੋਏ ਹਨ। ਉੱਥੇ ਆਪ ਜੀ ਨੇ ਸੁਣਿਆ ਐਮਨਾਬਾਦ ਦੇ ਵਿੱਚ ਮਲਕ ਭਾਗੋ ਜਿਹੜਾ ਕਿ ਉੱਥੋਂ ਦੇ ਰਾਜੇ ਦਾ ਖਾਸ ਬੰਦਾ ਚੌਧਰੀ ਹੈ, ਵੱਡਾ ਆਦਮੀ ਹੈ।
ਮਲਕ ਭਾਗੋ ਆਪਣੀ ਟੌਰ ਦੇ ਵਾਸਤੇ ਸਾਲ ਦੇ ਵਿੱਚ ਬ੍ਰਹਮ ਭੋਜ ਕਰਦਾ ਹੈ ਕੁਝ ਦਿਨ ਲਗਾਤਾਰ। ਉਸ ਬ੍ਰਹਮ ਭੋਜ ਦੇ ਵਿੱਚ ਹਰ ਜਾਤੀ ਨੂੰ, ਹਰ ਕਿਸਮ ਦੇ ਮਨੁੱਖ ਨੂੰ, ਅਮੀਰ ਨੂੰ, ਗਰੀਬ ਨੂੰ ਉਹ ਸੱਦ ਕੇ ਭੋਜਨ ਪ੍ਰਸ਼ਾਦ ਛਕਾਉਂਦਾ ਹੈ। ਮਲਕ ਭਾਗੋ ਨੇ ਆਪਣਾ ਇੱਕ ਬੰਦਾ ਢਿੰਡੋਰੇ ਪਿੱਟਣ ਦੇ ਰੂਪ ਦੇ ਵਿੱਚ ਸਾਰੇ ਐਮਨਾਬਾਦ ਦੇ ਵਿੱਚ ਭੇਜਿਆ। ਉਹ ਜਿਹੜਾ ਬੰਦਾ ਭੇਜਿਆ ਕਾਜੀ, ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਕਿਹਾ, ਮਹਾਰਾਜ ਬ੍ਰਹਮ ਭੋਜ ਵਿੱਚ ਨਹੀਂ ਗਏ ਜੀ। ਸਾਖੀ ਤੁਸੀਂ ਸਾਰੀ ਸੁਣੀ ਹੈ। ਭਾਈ ਲਾਲੋ ਜੀ ਦੇ ਘਰ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਛਕਦੇ ਆ। ਕਾਰਨ ਗੁਰੂ ਜੀ ਸੱਚੀ ਸੁੱਚੀ ਕਿਰਤ ਨੂੰ ਬਹੁਤ ਮਹਾਨਤਾ ਦਿੰਦੇ ਆ। ਅੱਜ ਦੀ ਕਥਾ ਦੇ ਵਿੱਚ ਬਚਨ ਆਉਣਗੇ। ਸੱਚੀ ਸੁੱਚੀ ਕਿਰਤ ਦਾ ਪ੍ਰਸ਼ਾਦਾ ਛਕਣ ਦੇ ਨਾਲ ਮਨ ਉੱਤੇ ਕੀ ਅਸਰ ਹੁੰਦਾ ਹੈ? ਜੈਸਾ ਅੰਨ ਵੈਸਾ ਮਨ, ਇਹ ਕਹਾਵਤ ਹੈ, ਪਰ ਇਹ ਕਹਾਵਤ ਬਿਲਕੁਲ ਸੱਚ ਹੈ ਜੀ। ਅੰਨ ਦੇ ਤੋਂ ਹੀ ਸਾਧ ਸੰਗਤ ਜੀ ਖੂਨ ਬਣਦਾ ਹੈ, ਉਹ ਸਾਰੇ ਸਰੀਰ ਵਿੱਚ ਫਿਰਦਾ ਹੈ ਤੇ ਫਿਰ ਬੰਦੇ ਦੇ ਵਿਚਾਰ ਵੀ ਉਹੋ ਜਿਹੇ ਬਣ ਜਾਂਦੇ ਆ। ਮਹਾਰਾਜ ਸਾਰੀ ਗੱਲ ਖੋਲ ਕੇ ਦੱਸਣਗੇ ਅੱਜ ਦੀ ਕਥਾ ਵਿੱਚ। ਛੇਤੀ ਆਪਾਂ ਉਹ ਪ੍ਰਸੰਗ ਸੁਣਾਂਗੇ ਜਿਹੜਾ ਤੇ ਪ੍ਰੇਮ ਦੇ ਨਾਲ, ਧਿਆਨ ਦੇ ਨਾਲ ਇਸ ਪ੍ਰਸੰਗ ਦੀ ਕਥਾ ਸੁਣ ਲੈਂਦਾ ਹੈ ਨਾ ਸਾਧ ਸੰਗਤ ਜੀ, ਕਦੀ ਵੀ ਉਹ ਬੇਈਮਾਨੀ ਦੀ ਕਮਾਈ ਦਾ ਪ੍ਰਸ਼ਾਦਾ ਨਹੀਂ ਛਕ ਸਕਦਾ ਜੀ। ਉਹਨੂੰ ਪਤਾ ਲੱਗ ਜਾਏਗਾ ਕਿ ਪਾਪਾਂ ਦੇ ਨਾਲ ਕਮਾਈ ਹੋਈ ਕਮਾਈ, ਉਹਦਾ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਜੇ ਮਨੁੱਖ ਛਕੇਗਾ ਤੇ ਉਹਦਾ ਫਿਰ ਮਨ ਉੱਤੇ ਕਿੰਨਾ ਜ਼ਿਆਦਾ ਬੁਰਾ ਅਸਰ ਪਏਗਾ। ਚੇਤਾ ਰੱਖਿਓ, ਬੇਈਮਾਨੀ ਦੀ ਕਮਾਈ ਦਾ ਖਾਣ ਵਾਲਾ ਬੰਦਾ ਕਦੀ ਵੀ ਭਜਨ ਵਿੱਚ ਨਹੀਂ ਜੁੜ ਸਕਦਾ। ਉਹਦਾ ਮਨ ਨਿਤਨੇਮ ਵਿੱਚ ਨਹੀਂ ਜੁੜ ਸਕਦਾ। ਕਈ ਵਾਰੀ ਇੱਥੇ ਬੰਦੇ ਸ਼ੰਕਾ 'ਚ ਵੀ ਪੈ ਸਕਦੇ ਆ, ਸੋਚਾਂ ਵੀ ਸੋਚਦੇ ਆ ਵੀ ਜਦੋਂ ਇੱਥੇ ਬੁੱਧਵਾਰ ਕਿਸੇ ਨੇ ਲੰਗਰ ਕਰਨਾ ਹੁੰਦਾ ਤੇ ਬਾਬਾ ਜੀ ਬਹੁਤ ਘੋਖ ਪੜਤਾਲ ਕਰਦੇ ਆ, ਉਹਦੀ ਕਮਾਈ ਪੁੱਛਦੇ ਆ ਵੀ ਭਾਈ ਤੇਰੀ ਕਮਾਈ ਕੀ ਆ? ਫਿਰ ਪਿੱਛੇ ਕੋਈ ਸੁਖਣਾ ਤੇ ਨਹੀਂ ਹੈ, ਕੋਈ ਮਨੋਰਥ ਤਾਂ ਨਹੀਂ ਹੈ। ਸਾਰੀਆਂ ਗੱਲਾਂ ਅਸਰ ਕਰਦੀਆਂ ਨੇ ਸਾਧ ਸੰਗਤ ਜੀ, ਅਸਰ ਕਰਦੀਆਂ। ਸੋ ਆਪਾਂ ਹੁਣ ਉਹ ਪ੍ਰਸੰਗ ਸੁਣਾਂਗੇ। ਮਹਾਰਾਜ ਜੀ ਨਹੀਂ ਪਹੁੰਚੇ, 2-3 ਵਾਰ ਸੱਦਾ ਭੇਜਿਆ ਮਲਕ ਭਾਗੋ ਨੇ, ਪਰ ਸੱਚੇ ਪਾਤਸ਼ਾਹ ਜੀ ਨਹੀਂ ਗਏ। 5 ਬੰਦੇ ਬੜੇ ਟ੍ਰੇਨਡ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭੇਜੇ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਫਿਰ ਪਹੁੰਚ ਗਏ ਜੀ। ਗਰੀਬ ਨਵਾਜ ਮਲਕ ਭਾਗੋ ਦੇ ਕੋਲ ਪਹੁੰਚੇ ਆ। ਹੁਣ ਉੱਥੋਂ ਬਚਨ ਵੀ ਹੋਣਗੇ, ਸੱਚ ਝੂਠ ਦਾ ਸੱਚੇ ਪਾਤਸ਼ਾਹ ਨਿਤਾਰਾ ਵੀ ਕਰਦੇ ਆ। ਉਹ ਹੁਣ ਆਪਾਂ ਕਥਾ ਸੁਣੀਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਗੱਜ ਕੇ ਸਾਰੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਸਭ ਸੰਗਤ ਗੱਜ ਕੇ ਆਖੋ ਜੀ, ਸਤਿਨਾਮ ਸਾਹਿਬ ਜੀ। ਦੋਹਰਾ ਸੁਨੀ ਨਗਰ ਮੈਂ ਜਹ ਤਹਾਂ, ਸ੍ਰੀ ਗੁਰੂ ਗਹਿ ਮੰਗਵਾਏ। ਐਮਨਾਬਾਦ ਵਿੱਚ ਰੌਲਾ ਪੈ ਗਿਆ ਕਿ ਮਲਕ ਭਾਗੋ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੇ ਕੋਲ ਮੰਗਵਾਇਆ। ਮਹਾਰਾਜ ਸੱਚੇ ਪਾਤਸ਼ਾਹ ਉਹਦੇ ਕੋਲ ਜਾ ਰਹੇ ਆ। ਐਮਨਾਬਾਦ ਵਿੱਚ ਇਹ ਗੱਲ ਦਾ ਰੌਲਾ ਪੈ ਗਿਆ। ਹਰ ਇੱਕ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਧਾਏ ਧਾਏ ਹਿਤ ਹੇਰ ਨੇ। ਜਿਹਨੂੰ ਪਤਾ ਲੱਗਾ ਫਿਰ ਉਹ ਉਸੇ ਵੇਲੇ ਆਪਣੀ ਥਾਂ ਤੋਂ ਦੌੜ ਪਿਆ ਜੀ ਕਿ ਜਾ ਕੇ ਵੇਖੀਏ ਉੱਥੇ ਕੀ ਬਣੇਗਾ। ਕਿਉਂ? ਬਹੁਤਿਆਂ ਨੂੰ ਪਤਾ ਹੈ ਵੀ ਗੁਰੂ ਨਾਨਕ ਦੇ ਮਹਾਰਾਜ ਪੂਰੇ ਹਨ, ਤੇ ਜੇ ਮਹਾਰਾਜ ਹੁਣ ਉੱਥੇ ਜਾਣਗੇ ਤੇ ਕੋਈ ਨਾ ਕੋਈ ਤਾਤੀ ਕੱਢਣਗੇ। ਇਸ ਕਰਕੇ ਸਾਰੇ ਉਹ ਵੇਖਣ ਵਾਸਤੇ ਹੀ ਦੌੜ ਪਏ। ਸੰਗ ਚਲੇ ਸਭ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਲਕ ਭਾਗੋ ਦੇ ਕੋਲ ਜਾ ਰਹੇ ਨੇ
ਤੇ ਜਿਹਨੂੰ ਜਿਹਨੂੰ ਪਤਾ ਲੱਗਦਾ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਲਦਾ ਗਿਆ ਜੀ। ਐਮਨਾਬਾਦ ਦੇ ਬਹੁਤ ਸਾਰੇ ਲੋਕ ਜਿਹੜੇ ਆ ਨਾ, ਉਹ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੀ ਤੁਰੇ ਜਾ ਰਹੇ ਨੇ। ਹਾਂਜੀ। ਚੌਪਈ ਜਾਏ ਮਲਕ ਟਿਗ ਬਚਨ ਅਲਾਇਓ। ਹਾਂਜੀ। ਅਬ ਨਾਨਕ ਤੁਮਰੇ ਪਹਿ ਆਇਓ। ਤੇ ਫਿਰ ਇੱਕ ਨੇ ਜਾ ਕੇ ਮਲਕ ਭਾਗੋ ਨੂੰ ਦੱਸਿਆ ਵੀ ਮਲਕ ਜੀ ਗੁਰੂ ਨਾਨਕ ਦੇਵ ਮਹਾਰਾਜ, ਵੇਖੋ ਉਦੋਂ ਇੰਨੇ ਸਤਿਕਾਰ ਦੇ ਨਾਲ ਨਾਮ ਤਾਂ ਬਾਅਦ ਵਿੱਚ ਗੁਰੂ ਜੀ ਦੇ ਸਿੱਖਾਂ ਨੇ ਪ੍ਰਚਲਿਤ ਕੀਤਾ। ਕੋਈ ਮਹਾਰਾਜ ਨੂੰ ਨਾਨਕ ਤਪਾ ਜੀ ਕਹਿੰਦਾ ਸੀ, ਕੋਈ ਸੰਤ ਜੀ ਕਹਿੰਦਾ ਸੀ, ਤੇ ਕਈ ਇਕੱਲੇ ਹੀ ਗੁਰੂ ਨਾਨਕ ਕਹਿੰਦੇ ਸਨ। ਮਲਕ ਭਾਗੋ ਨੂੰ ਦੱਸਿਆ ਵੀ ਮਹਾਰਾਜ ਆ ਗਏ ਹਨ। ਮਲਕ ਕਹੈ ਆਨੋ ਮਮ ਪਾਸਾ। ਤੇ ਤੁਹਾਨੂੰ ਪਤਾ ਹੈ ਵੀ ਇਹ ਫਿਰ ਮਾਇਆ ਦੇ ਵਿਗੜੇ ਹੋਏ ਜਿਹੜੇ ਚੌਧਰੀ ਆ, ਸਤਿਕਾਰ ਘੱਟ ਹੀ ਕਰਦੇ ਆ ਕਿਸੇ ਦਾ। ਉਹ ਕਹਿੰਦਾ ਵੀ ਮੇਰੇ ਕੋਲ ਲੈ ਕੇ ਆਓ ਮਹਾਰਾਜ ਨੂੰ। ਹਾਂਜੀ। ਸ੍ਰੀ ਗੁਰ ਅੰਤਰ ਗਏ ਅਵਾਸਾ। ਸ਼੍ਰੀ ਦਾ ਭਾਵ ਹੈ ਸ਼੍ਰੋਮਣੀ। ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਫਿਰ ਮਲਕ ਭਾਗੋ ਦੀ ਉਸ ਸਭਾ ਦੇ ਵਿੱਚ ਗਏ ਜੀ। ਹਾਂਜੀ। ਕਹਿਓ ਜਾਏ ਮੁਝ ਕਿਉਂ ਬੁਲਵਾਇਓ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਮਣੇ ਖਲੋ ਕੇ ਬਚਨ ਕਰਦੇ ਆ। ਮਹਾਰਾਜ ਕਹਿੰਦੇ ਸਾਨੂੰ ਕਿਉਂ ਸੱਦਿਆ ਭਾਈ ਤੁਸੀਂ। ਹਾਂਜੀ। ਬਾਰ ਬਾਰ ਨਿਜ ਮਨੁਜ ਪਠਾਇਓ। ਬਾਰ ਬਾਰ ਤੁਸੀਂ ਆਪਣੇ ਮਨੁਜ ਮਨੁੱਖ ਭੇਜੇ ਆ, ਸਾਨੂੰ ਇੱਥੇ ਕਿਉਂ ਸੱਦਿਆ। ਮਹਾਰਾਜ ਕਹਿਣ ਲੱਗੇ। ਹਾਂਜੀ। ਕੌਣ ਕਾਜ ਤੇਰੋ ਮਮ ਸੰਗਾ। ਤੇ ਬਿਲਕੁਲ ਨਿਸ਼ੰਕ ਹੋ ਕੇ, ਕੋਈ ਭੈ ਨਹੀਂ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਰੱਬ ਪਰਮੇਸ਼ਰ ਨੇ। ਮਲਕ ਭਾਗੋ ਨੂੰ ਸਿੱਧੀ ਗੱਲ ਕੀਤੀ ਮਹਾਰਾਜ ਨੇ। ਮਹਾਰਾਜ ਕਹਿੰਦੇ ਵੀ ਤੈਨੂੰ ਸਾਡੇ ਨਾਲ ਕੀ ਕੰਮ ਹੈ। ਕਹਿਣ ਲੱਗੇ ਕੀ ਕੰਮ ਹੈ ਤੈਨੂੰ ਸਾਡੇ ਨਾਲ। ਹਾਂ। ਭੇਜਹਿ ਆਇਸ ਹੋਏ ਨਿਸੰਗਾ। ਮਹਾਰਾਜ ਕਹਿੰਦੇ ਕਿਸ ਕਾਰਨ ਕਰਕੇ ਤੂੰ ਬਾਰ ਬਾਰ ਸਾਨੂੰ ਸੱਦ ਰਿਹਾ, ਬਾਰ ਬਾਰ ਸਾਨੂੰ ਸੱਦ ਰਿਹਾ। ਹਾਂਜੀ। ਸੁਣ ਕਰ ਭਾਗੋ ਬਚਨ ਅਲਾਇਓ। ਤੇ ਮਲਕ ਭਾਗੋ ਸੁਣ ਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਬ੍ਰਹਮ ਭੋਜ ਮਮ ਕਿਉਂ ਨਹਿ ਆਇਓ। ਕਹਿਣ ਲੱਗਾ ਜੀ ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਆਏ। ਬ੍ਰਹਮ ਭੋਜ ਮਮ, ਗੱਜ ਕੇ ਆਖੋ, ਗੱਜ ਕੇ ਵੇਖੋ। ਨਾਲੇ ਤੇ ਬ੍ਰਹਮ ਭੋਜ ਆਖੀ ਜਾਂਦਾ, ਨਾਲੇ ਮੇਰਾ ਆਖੀ ਜਾਂਦਾ। ਹੁਣ ਇੱਕ ਬੰਨੇ ਤੇ ਜਾਂ ਕਹਿ ਦਈਏ ਗੁਰੂ ਕਾ ਲੰਗਰ ਤੇ ਜਾਂ ਕਹਿ ਦਈਏ ਮੇਰਾ ਲੰਗਰ, ਇੱਕੋ ਹੀ ਕੰਮ ਹੋਏਗਾ। ਕਹਿੰਦਾ ਮੇਰੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਆਏ ਤੁਸੀਂ। ਹਾਂਜੀ। ਦੇਜਨੈ ਤੁਝੇ ਅਮੰਤੂ ਦੀਨੋ। ਆਨ ਆਹਾਰ ਨਾ ਖਾਵਨ ਕੀਨੋ। ਤੁਹਾਨੂੰ ਬਾਰ ਬਾਰ ਬ੍ਰਾਹਮਣ ਸੱਦ ਕੇ ਲੈ ਕੇ ਆਉਂਦਾ ਰਿਹਾ, ਪਰ ਤੁਸੀਂ ਆਏ ਹੀ ਨਹੀਂ। ਬਾਰ ਬਾਰ ਸੱਦਣ ਜਾਂਦਾ ਸੀ, ਤੁਸੀਂ ਭੋਜਨ ਨਹੀਂ ਛਕਿਆ। ਹਾਂਜੀ। ਬ੍ਰਹਮ ਭੋਜ ਮੈਂ ਦੋਖੂ ਕਵਨਾ। ਤੁਸੀਂ ਬ੍ਰਹਮ ਭੋਜ ਵਿੱਚ ਕਿਹੜਾ ਔਗੁਣ ਦੇਖਿਆ ਜਿਹੜਾ ਨਹੀਂ ਆਏ। ਜੇਹ ਪਿਖ ਨਹਿ ਆਵਾ ਮੁਝ ਭਵਨਾ। ਹਮ ਫਕੀਰ ਸਭ ਤੇ ਸੋ ਬਿਦਾਵੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਫਿਰ ਸਾਰੀ ਸਭਾ ਚ ਕਹਿਣ ਲੱਗੇ ਮਲਕ ਭਾਗੋ ਅਸੀਂ ਫਕੀਰ ਹੈਗੇ ਆ। ਕਹਿੰਦੇ ਹਮ ਫਕੀਰ ਸਭ ਤੇ ਸੋ ਬਿਦਾਵੈ। ਸਾਡਾ ਕੋਈ ਦਾਵਾ ਨਹੀਂ ਹੈਗਾ। ਮਹਾਰਾਜ ਕਹਿਣ ਲੱਗੇ ਕੋਈ ਦਾਵਾ ਨਹੀਂ ਹੈਗਾ। ਅੱਗੇ ਗੱਲ ਖੋਲਣਗੇ ਮਹਾਰਾਜ। ਹਾਂਜੀ। ਜਹ ਗੁਜਰੈ ਤੈਂ ਹੀ ਗੁਜਰਾਵੈ। ਕੋਈ ਦਾਵਾ ਨਹੀਂ ਵੀ ਇੱਥੇ ਹੀ ਛਕਣਾ, ਜਿੱਥੇ ਗੁਜ਼ਰ ਜਾਵੇ ਉੱਥੇ ਹੀ ਗੁਜ਼ਾਰ ਲੈਨੇ ਆ। ਭਾਵ ਜਿੱਥੇ ਪ੍ਰਸ਼ਾਦਾ ਛਕਣ ਨੂੰ ਮਿਲੇ ਉੱਥੇ ਹੀ ਛਕ ਲੈਨੇ ਆ। ਹਾਂਜੀ। ਦੋਹਰਾ ਜਹਾਂ ਬਨੀ ਅਚਵੀ ਤਹੀਂ। ਹਾਂਜੀ। ਲਾਲਚ ਅਚਵਨ ਨਾਹੀ। ਮਹਾਰਾਜ ਕਹਿਣ ਲੱਗੇ ਸਾਨੂੰ ਛਕਣ ਦਾ ਕੋਈ ਲਾਲਚ ਨਹੀਂ ਹੈਗਾ। ਜਿੱਥੇ ਬਣ ਜਾਵੇ, ਜਿੱਥੇ ਮਿਲ ਜਾਵੇ ਉੱਥੇ ਛਕ ਲਈਦਾ। ਅਜੇ ਵੀ ਮਹਾਰਾਜ ਉਹਦਾ ਪਰਦਾ ਕੱਜ ਰਹੇ ਆ ਜੀ ਮਲਕ ਭਾਗੋ। ਹਾਂਜੀ। ਜੈਸੇ ਦੇਵੈ ਆਨ ਕੋ ਔਰ ਕਰ ਹਰਖ ਸੋ ਖਾਹੇ। ਮਹਾਰਾਜ ਕਹਿਣ ਲੱਗੇ ਜਿਵੇਂ ਦਾ ਕੋਈ ਦੇ ਦੇਵੇ ਖੁਸ਼ੀ ਦੇ ਨਾਲ ਛਕ ਲਈਦਾ।
ਖੁਸ਼ੀ ਨਾਲ ਛਕ ਲਈਦਾ, ਸਾਨੂੰ ਛਕਣ ਦਾ ਲਾਲਚ ਨਹੀਂ ਹੈਗਾ। ਇਹ ਗੱਲ ਕਹਿ ਕੇ ਨਾ ਜੀ ਮਹਾਰਾਜ ਮਲਕ ਭਾਗੋ ਦਾ ਪਰਦਾ ਕੱਜ ਰਹੇ ਆ। ਪਰ ਕਈਆਂ ਦਾ ਬਹੁਤਾ ਹੀ ਦਿਮਾਗ ਫਿਰਿਆ ਹੁੰਦਾ ਜੀ, ਉਹ ਰੱਬ ਦੇ ਪਿਆਰੇ ਤੇ ਪਰਦਾ ਕੱਜਦੇ, ਪਰ ਉਹ ਪਰਦਾ ਚੁਕਾ ਕੇ ਹੀ ਰਾਜੀ ਹੁੰਦੇ ਆਪਣਾ ਜੀ, ਵੀ ਚੌਕੀ ਦੇਣ। ਹਾਂਜੀ। ਚੌਪਈ ਸੁਨ ਕਰ ਮਲਕ ਕਹੈ ਰਿਸ ਬੈਨਾ, ਬੋਲੀ ਜਾਓ। ਭਾ ਵਿਪਰੀਤ ਹਿਰਦੈ ਤੁਝ ਭੈ ਨਾ। ਤੇ ਮਲਕ ਭਾਗੋ ਰੁੱਖੇ ਬੋਲ ਬੋਲਦਾ ਜੀ, ਗੁੱਸੇ ਵਿੱਚ ਆ ਕੇ ਨਾ ਜੀ ਰੁੱਖੇ ਬੋਲ ਬੋਲਦਾ। ਉਹ ਨਾ ਮੈਂ ਬੋਲਾਂ ਤੇ ਨਾ ਤੁਸੀਂ ਸੁਣੋ ਤੇ ਚੰਗਾ ਹੈਗਾ ਜੀ। ਗੱਜ ਕੇ ਆਖੋ, ਅਸੀਂ ਉਹਦੀ ਬੋਲੀ ਬੋਲ ਕੇ ਕੀ ਕਰਨਾ ਜੀ, ਤੇ ਤੁਸੀਂ ਸੁਣ ਕੇ ਕੀ ਕਰਨਾ। ਆਪਾਂ ਤੇ ਗੁਰੂ ਜੀ ਦੀ ਸਿਫਤ ਸੁਣਨ ਵਾਸਤੇ ਬੈਠੇ ਹਾਂ ਜੀ। ਬਸ ਇੰਨਾ ਬਹੁਤ ਹੈ ਕਿ ਮਲਕ ਭਾਗੋ ਇਹ ਗੱਲ ਸੁਣ ਕੇ ਅੱਗੋਂ ਫਿੱਕੇ ਬੋਲ ਬੋਲਦਾ ਜੀ। ਹੁਣ ਮਹਾਰਾਜ ਤੇਰਾ ਪਰਦਾ ਕੱਜ ਰਹੇ ਹੈ, ਇਹ ਕਹਿ ਕੇ ਵੀ ਸਾਨੂੰ ਛਕਣ ਦਾ ਲਾਲਚ ਨਹੀਂ ਹੈਗਾ, ਅਸੀਂ ਤਾਂ ਨਹੀਂ ਆਏ। ਹਾਂਜੀ। ਸੁਨੀ ਹਮੈ ਤਵ ਖੱਤਰੀ ਜਾਤਾ, ਹਾਂਜੀ। ਸੂਦਰਨ ਸਦਨ ਅਸਨ ਨਿਤ ਖਾਤਾ। ਪਰ ਉਹ ਅੱਗੋਂ ਕਹਿਣ ਲੱਗਾ ਵੀ ਮੈਂ ਸੁਣਿਆ ਕਿ ਤੁਸੀਂ ਖੱਤਰੀ ਹੋ। ਹੁਣ ਵੇਖੋ ਇੰਨੇ ਖੁਦ ਨਿਰੰਕਾਰ ਗੁਰੂ ਨਾਨਕ ਸਾਹਿਬ, ਤੇ ਕਿੱਥੇ ਖੱਤਰੀ ਦੇ ਨਾਲ ਹੀ ਜੋੜੀ ਜਾਂਦਾ ਮਹਾਰਾਜ ਨੂੰ ਆ। ਤੇ ਕਹਿਣ ਲੱਗਾ ਤੁਸੀਂ ਉੱਚੀ ਜਾਤ ਦੇ ਹੋ ਕੇ ਸ਼ੂਦਰ ਦੇ ਘਰ ਰੋਟੀ ਖਾਂਦੇ, ਪ੍ਰਸ਼ਾਦਾ ਛਕਦੇ। ਮਲਕ ਭਾਗੋ ਦੀ ਜਾਤ ਨਹੀਂ ਉੱਚੀ, ਉਹ ਸ਼ੂਦਰ ਹੈ ਜੀ, ਉਹਨੂੰ ਸ਼ੂਦਰ ਮੰਨਿਆ ਜਾਂਦਾ ਸੀਗਾ ਉਸ ਸਮੇਂ। ਹਾਂਜੀ। ਤਪਾ ਰਖਾਇਓ ਤੋਹੀ, ਹਾਂਜੀ। ਦੇਖਤ ਹੀ ਰਿਸ ਉਪਜੈ ਮੋਹੀ। ਕਹਿੰਦਾ ਲੋਕ ਤੁਹਾਨੂੰ ਤਪਾ ਕਹਿੰਦੇ ਆ, ਪਰ ਤੁਸੀਂ ਸ਼ੂਦਰਾਂ ਦੇ ਘਰ ਜਾ ਕੇ ਛਕ ਰਹੇ ਹੋ। ਹਾਂਜੀ। ਬ੍ਰਹਮ ਭੋਜ ਕੋ ਨਾਮ ਰਖਈ, ਅੰਕ ਪਾਕ ਕਰ ਨੀਚ ਅਚੇਈ। ਤੇ ਜਿਹਦਾ ਨਾਮ ਬ੍ਰਹਮ ਭੋਜ ਹੈ, ਉਥੇ ਤੁਸੀਂ ਆ ਨਹੀਂ ਰਹੇ, ਸ਼ੂਦਰ ਦੇ ਘਰ ਛਕ ਰਹੇ ਹੋ। ਗੱਜ ਕੇ ਆਖੋ ਵਾਹਿਗੁਰੂ। ਹੁਣ ਸਤਿਗੁਰੂ ਜੀ ਵਾਸਤੇ ਜਾਤ ਨਹੀਂ ਵੱਡੀ, ਸੱਚੇ ਪਾਤਸ਼ਾਹ ਤੇ ਪ੍ਰੇਮ ਵੇਖਦੇ ਆ ਜੀ। ਇੱਥੇ ਪ੍ਰੇਮ ਵੱਡਾ ਹੈਗਾ ਜੀ। ਹਾਂਜੀ। ਦੋਹਰਾ ਸੁਨ ਸ਼੍ਰੋਨਨ ਸ੍ਰੀ ਗੁਰੂ ਭਨੈ, ਆਨੋ ਅਬੇ ਆਹਾਰ। ਮਹਾਰਾਜ ਨੇ ਵੇਖਿਆ ਵੀ ਅਸੀਂ ਤੇਰੇ ਇਹਦਾ ਪਰਦਾ ਕੱਜ ਰਹੇ ਆ, ਪਰ ਇਹ ਆਪਣਾ ਪਰਦਾ ਰਖਾ ਕੇ ਰਾਜੀ ਨਹੀਂ ਹੈਗਾ। ਸੱਚੇ ਪਾਤਸ਼ਾਹ ਜੀ ਨੇ ਫਿਰ ਖੁੱਲ੍ਹ ਕੇ ਕਿਹਾ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਤੂੰ ਆਪਣਾ ਭੋਜਨ ਲੈ ਕੇ ਆ, ਜਿਹੜਾ ਬਣਾਇਆ ਨਾ ਭੋਜਨ ਲੈ ਕੇ ਆ ਸਾਰਾ। ਹਾਂਜੀ। ਬ੍ਰਹਮ ਭੋਜ ਮਹਿ ਜੋ ਕਰਿਓ, ਰਹੇ ਨਾ ਚਾਹੇ ਤੁਮਾਰ। ਮਹਾਰਾਜ ਕਹਿਣ ਲੱਗੇ ਤੇਰੀ ਇੱਛਾ ਨਾ ਰਹਿ ਜਾਵੇ, ਜੋ ਜੋ ਬਣਿਆ ਉਹ ਸਾਰਾ ਕੁਝ ਹੀ ਲੈ ਆ। ਮਲਕ ਭਾਗੋ ਤੇ ਸੋਚਦਾ ਵੀ ਸ਼ਾਇਦ ਮਹਾਰਾਜ ਨੇ ਛਕਣ ਦਾ ਫੁਰਨਾ ਬਣਾ ਲਿਆ, ਪਰ ਉਹਨੂੰ ਨਹੀਂ ਪਤਾ ਵੀ ਮਹਾਰਾਜ ਨੇ ਤਾਂ ਹੋਰ ਲੀਲਾ ਕਰਨੀ ਹੈ। ਉਹ ਇਹੋ ਹੀ ਸੋਚਦਾ ਵੀ ਮਹਾਰਾਜ ਨੇ ਭੋਜਨ ਛਕਣ ਦਾ ਫੁਰਨਾ ਬਣਾ ਲਿਆ। ਹਾਂਜੀ। ਚੌਪਈ ਤਿਹ ਸੋ ਕਹਿ ਲਾਲੋ ਸੋ ਭਾਖਾ, ਹਾਂਜੀ। ਆਨੋ ਅਸਨ ਹੋਏ ਕੁਛ ਰਾਖਾ। ਤੇ ਉਧਰੋਂ ਉਹ ਤਿਆਰੀ ਕਰਨ ਲੱਗ ਪਿਆ, ਥਾਲ ਸਜਾਉਣ ਲੱਗ ਪਿਆ, ਆਪਣੇ ਬੰਦਿਆਂ ਨੂੰ ਕਹਿਤਾ ਉਹਨੇ। ਇਧਰੋਂ ਭਾਈ ਲਾਲੋ ਜੀ ਮਹਾਰਾਜ ਦੇ ਲਾਗੇ ਖਲੋਤੇ ਹੱਥ ਜੋੜ ਕੇ। ਮਹਾਰਾਜ ਕਹਿਣ ਲੱਗੇ ਲਾਲੋ, ਜੇ ਤੇਰੇ ਘਰ ਵੀ ਕਿਤੇ ਕਿਸੇ ਪ੍ਰਸ਼ਾਦੇ ਦਾ ਟੁਕੜਾ ਪਿਆ ਤੇ ਤੂੰ ਵੀ ਲੈ ਆ। ਹਾਂਜੀ। ਲਾਲੋ ਨਿਜ ਕਰ ਆਵਾ ਦੌਰਾ, ਤੇ ਭਾਈ ਲਾਲੋ ਜੀ ਤੇ ਦੌੜ ਕੇ ਗਏ ਜੀ। ਹਾਂਜੀ। ਲੀਨ ਕੋਦਰੇ ਕੋ ਟੁਕ ਟੋਰਾ। ਕੋਦਰੇ ਦਾ ਪ੍ਰਸ਼ਾਦੇ ਦਾ ਟੁਕੜਾ ਪਿਆ ਸੀ ਘਰ ਜੀ, ਉਹ ਲਿਆ ਜੀ ਆਪਣੇ ਨਾਲ। ਹਾਂਜੀ। ਮਲਕ ਅਸਨ ਸਨਗਦ ਬੰਗਾਵਾ। ਮਲਕ ਅਸਨ ਸਨਿਗਧ ਬੰਗਾਵਾ। ਸਨਿਗਧ ਕਹਿੰਦੇ ਘਿਓ ਵਾਲਿਆਂ ਨੂੰ। ਹੁਣ ਉਧਰ ਰੁੱਖੀ ਕੋਦਰੇ ਦੀ ਰੋਟੀ ਹੈ ਜੀ, ਇਧਰ ਘਿਓ ਦੇ ਨਾਲ ਭਰੇ ਹੋਏ ਪਦਾਰਥ ਨੇ ਸਾਰੇ ਜੀ। ਸੁਣੋ ਨਾਮ ਕੀ ਕੀ ਸੀਗੇ ਪਦਾਰਥ। ਹਾਂਜੀ।
ਬ੍ਰਾਹਮ ਭੋਜ ਮਹਿ ਜੋ ਕਰਵਾਵਾ। ਜੋ ਘਿਓ ਵਾਲੇ ਵਧੀਆ ਭੋਜਨ ਬ੍ਰਹਮ ਭੋਜ ਚ ਬਣਾਏ ਸੀ ਨਾ ਸਾਰੇ। ਪੂਪ ਪੂਰਿਕਾ ਬਹੁਤ ਤਿਹਾਵਲ। ਪੂੜੀਆਂ ਪੂੜੇ, ਫਿਰ ਕੜਾਹ ਪ੍ਰਸ਼ਾਦ। ਚਲੋ ਉਹਨੇ ਕੜਾਹ ਬਣਾਇਆ ਸੀਗਾ ਜੀ, ਪ੍ਰਸ਼ਾਦ ਤੇ ਗੁਰੂ ਜੀ ਦੀ ਕਿਰਪਾ ਨਾਲ ਬਣਦਾ ਨਾ ਜੀ। ਕੜਾਹ, ਪੂੜੀਆਂ, ਪੂੜੇ, ਹਾਂਜੀ। ਬੇਬਿਧ ਆਹਾਰ ਮੰਗਾਏ ਉਤਾਵਲ। ਹੋਰ ਵੀ ਕਈ ਤਰ੍ਹਾਂ ਨਾਲ ਜੋ ਬਣਾਇਆ ਸੀ ਉਹ ਸਭ ਕੁਝ ਮੰਗਵਾਇਆ ਉਹਨੇ ਜੀ। ਆਗੇ ਸ੍ਰੀ ਨਾਨਕ ਕੇ ਰਾਖੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਦੇ ਅੱਗੇ ਥਾਲਾ ਰੱਖਿਆ ਜੀ, ਜਿਹਦੇ ਵਿੱਚ ਕੜਾਹ ਆ, ਪੂੜੀਆਂ ਆ, ਪੂੜੇ ਆ, ਹੋਰ ਬੜਾ ਕੁਝ ਹੈਗਾ ਜੀ। ਹਾਂਜੀ। ਖਾਹੋ ਚਾਹੋ ਸੋ ਇਉਂ ਮੁਖ ਭਾਖੇ। ਤੇ ਅੱਗੇ ਰਖਾ ਕੇ ਨਾ ਥਾਲਾ, ਤੇ ਮਲਕ ਭਾਗੋ ਕਹਿੰਦਾ ਜੀ ਛਕੋ ਜੋ ਛਕਣਾ ਜੇ, ਜੋ ਇੱਛਾ ਹੈ ਛਕੋ। ਹਾਂਜੀ। ਲਾਲੋ ਕੀ ਦਿਸ ਦੇਖ ਦਇਆਲਾ। ਆਖੋ ਸ੍ਰੀ ਵਾਹਿਗੁਰੂ ਗੱਜ ਕੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਜੀ ਵੱਲ ਵੀ ਵੇਖਿਆ ਜੀ। ਹਾਂਜੀ। ਲੀਨ ਕੋਦਰੇ ਟੁਕ ਤਤਕਾਲਾ। ਅੱਗੇ ਹੱਥ ਕੀਤਾ ਮਹਾਰਾਜ ਨੇ ਆਪਣਾ, ਪਵਿੱਤਰ ਹੱਥ ਅੱਗੇ ਕੀਤਾ। ਭਾਈ ਲਾਲੋ ਜੀ ਨੇ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਜੀ ਦੇ ਹੱਥਾਂ ਤੇ, ਕਰ ਕਮਲਾਂ ਤੇ ਉਹ ਕੋਦਰੇ ਦੇ ਪ੍ਰਸ਼ਾਦੇ ਦਾ ਟੁਕੜਾ ਰੱਖ ਦਿੱਤਾ ਜੀ, ਜਾਂ ਇਉਂ ਕਹੀਏ ਵੀ ਇੱਕ ਪ੍ਰਸ਼ਾਦਾ ਰੱਖ ਦਿੱਤਾ ਜੀ। ਹਾਂਜੀ। ਦੋਹਰਾ ਬਾਵੇਂ ਕਰ ਮਹਿ ਪੂਪ ਲੈ, ਦਾਹਨ ਟੁਕੜਾ ਧਾਰ। ਖੱਬੇ ਹੱਥ ਵਿੱਚ ਮਹਾਰਾਜ ਨੇ ਪੂੜਾ ਫੜਿਆ ਜੀ। ਹਾਂਜੀ, ਮਾਲ ਪੂੜਾ ਫੜਿਆ ਜੀ। ਤੇ ਤੁਹਾਨੂੰ ਪਤਾ ਹੀ ਆ ਫਿਰ ਮਾਲ ਪੂੜੇ ਐ ਖੰਡ ਨਾਲ ਵੀ ਭਰੇ ਹੁੰਦੇ ਤੇ ਘਿਓ ਨਾਲ ਵੀ ਭਰੇ ਹੁੰਦੇ ਜੀ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਮਾਲ ਪੂੜਾ ਫੜਿਆ ਜੀ। 52 ਕਰ ਮਹਿ ਪੂਪ ਲੈ, ਦਾਹਨ ਟੁਕੜਾ ਧਾਰ। ਤੇ ਸੱਜੇ ਹੱਥ ਵਿੱਚ ਕੋਦਰੇ ਦਾ ਪ੍ਰਸ਼ਾਦਾ ਫੜ ਲਿਆ ਜੀ। ਇੱਧਰ ਪੂੜਾ, ਇੱਧਰ ਪ੍ਰਸ਼ਾਦਾ ਜੀ। ਹਾਂਜੀ। ਹਾਥ ਚ ਭੀੜੇ ਜੁਗਲ ਜਬ, ਹੀਰਤ ਲੋਕ ਅਪਾਰ। ਦੋਵਾਂ ਹੱਥਾਂ ਵਿੱਚ ਪ੍ਰਸ਼ਾਦ ਪਕੜਿਆ ਜੀ, ਵਾਹਿਗੁਰੂ ਵਸਤੂਆਂ ਪਕੜੀਆਂ। ਇੱਕ ਇੱਧਰ ਪੂੜਾ ਜੀ, ਇੱਧਰ ਕੋਦਰੇ ਦਾ ਪ੍ਰਸ਼ਾਦਾ ਜੀ। ਤੇ ਸਤਿਗੁਰਾਂ ਨੇ ਇੰਜ ਹੱਥ ਚ ਭੀੜੇ ਨੱਪਿਆ ਉਹਨਾਂ ਨੂੰ ਜੀ, ਤੇ ਵਿੱਚੋਂ ਜੋ ਨਿਕਲਿਆ ਉਹ ਸਭਨਾਂ ਨੇ ਵੇਖਿਆ ਤੇ ਸਾਰੇ ਵੇਖ ਕੇ ਹੈਰਾਨ ਹੋ ਗਏ ਜੀ। ਹਾਂਜੀ। ਚੌਪਈ ਦੂਹੂ ਹਾਥ ਤੇ ਨਿਕਸੀ ਧਾਰਾ। ਦੋਵਾਂ ਹੱਥਾਂ ਦੇ ਵਿੱਚੋਂ ਕਰ ਕਮਲਾਂ ਦੇ ਵਿੱਚੋਂ ਧਾਰਾਵਾਂ ਨਿਕਲਣ ਲੱਗ ਪਈਆਂ ਜੀ। ਹਾਂਜੀ। ਬਹੁ ਲੋਕਨ ਕੀ ਸਭਾ ਮਝਾਰਾ। ਬਹੁਤ ਲੋਕ ਦੇਖ ਰਹੇ ਆ, ਸਾਰਾ ਏਮਨਾਬਾਦ ਇਕੱਠਾ ਹੋ ਗਿਆ ਸੀਗਾ ਉੱਥੇ ਜੀ। ਹਾਂਜੀ। ਇੱਕ ਤੇ ਦੂਧ ਰਕਤ ਇੱਕ ਨਿਸਰੀ। ਤੇ ਕੀ ਜੀ, ਇੱਕ ਚੋਂ ਦੁੱਧ ਦੀ ਧਾਰ ਨਿਕਲਣ ਲੱਗ ਪਈ ਤੇ ਇੱਕ ਚੋਂ ਖੂਨ ਦੀ ਨਿਕਲਣ ਲੱਗ ਪਈ ਜੀ। ਸੰਗਤ ਜੀ, ਇਹ ਗੁਰੂ ਨਾਨਕ ਸਾਹਿਬ ਜੀ ਵਿਖਾ ਸਕਦੇ ਆ, ਸਮਰੱਥਾ ਵਾਲਾ ਵਿਖਾ ਸਕਦਾ ਹੈ। ਜਿਹਦੇ ਕੋਲ ਸਮਰੱਥਾ ਨਹੀਂ ਉਹ ਗੱਲ ਹੀ ਸੁਣਾ ਸਕਦਾ ਬਸ ਜੀ। ਇੱਕ ਦੇ ਵਿੱਚੋਂ ਦੁੱਧ ਦੀ ਧਾਰ ਨਿਕਲਣੀ ਸ਼ੁਰੂ ਹੋ ਗਈ, ਇੱਕ ਵਿੱਚੋਂ ਖੂਨ ਦੀ ਧਾਰ ਨਿਕਲਣੀ ਸ਼ੁਰੂ ਹੋ ਗਈ ਜੀ। ਹਾਂਜੀ। ਗੰਗ ਸਰਸੁਤੀ ਸੀ ਤਹਿ ਪਸਰੀ। ਮਾਨੋ ਐ ਇੱਕ ਚੋਂ ਤੇ ਸਫੇਦ ਗੰਗਾ ਜਲ, ਇੱਕ ਮੰਨੋ ਐ ਖੂਨ ਵਰਗਾ ਰੰਗ ਨਿਕਲਣ ਲੱਗ ਪਿਆ ਜੀ। ਹਾਂਜੀ। ਇੱਕ ਦਿਸ ਦੂਧ ਪਰਤ ਧਰ ਪਾਹੀ। ਧਰਤੀ ਤੇ ਪੈ ਰਿਹਾ ਜੀ, ਕੋਦਰੇ ਵਿੱਚੋਂ ਦੁੱਧ ਨਿਕਲ ਰਿਹਾ ਜੀ, ਧਰਤੀ ਤੇ ਪੈ ਰਿਹਾ, ਉਹ ਲੋਕ ਦੇਖ ਰਹੇ ਆ। ਹਾਂਜੀ। ਇੱਕ ਦਿਸ ਸ਼੍ਰੋਣਿਤ ਨਿਚੁਰਤ ਨਾ ਤਾਹੀ। ਇੱਕ ਪਾਸਿਓਂ ਜਿੱਧਰ ਮਾਲ ਪੂੜਾ ਜੀ, ਉਧਰੋਂ ਖੂਨ ਨਿਕਲ ਰਿਹਾ ਉਹਦੇ ਵਿੱਚੋਂ ਤੋਂ ਧਰਤੀ ਤੇ ਡਿੱਗ ਰਿਹਾ ਜੀ। ਆਖੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ। ਸੰਗਤ ਜੀ, ਇਹ ਗੁਰੂ ਨਾਨਕ ਸਾਹਿਬ ਜੀ ਕਰਕੇ ਵਿਖਾ ਸਕਦੇ ਆ, ਸਮਰੱਥਾ ਵਾਲਾ ਵਿਖਾ ਸਕਦਾ ਹੈ ਜੀ। ਕਿਹੜੇ ਪ੍ਰਸ਼ਾਦੇ ਚੋਂ ਖੂਨ ਨਿਕਲਦਾ ਤੇ ਕਿਹੜੇ ਚੋਂ ਦੁੱਧ ਜੀ। ਹਾਂਜੀ। ਹਾਥ ਚ ਭੀੜੈ ਸ੍ਰੀ ਗੁਰ ਜਿਉਂ ਜਿਉਂ। ਤੇ ਜਿਉਂ ਜਿਉਂ ਹੱਥ ਚ ਭੀੜਨ, ਭਾਵ ਉਹ ਹੱਥ ਘੁੱਟਣ ਮਹਾਰਾਜ ਆਪਣੇ ਜੀ। ਹਾਂਜੀ।
ਨਿਕਸੈ ਤਿਨ ਤੇ ਅਧ ਕਹਿ ਤਿਉ ਤਿਉ ਤਿਉਂ ਇੱਕ ਚੋਂ ਦੁੱਧ ਨਿਕਲੀ ਜਾਵੇ ਤੇ ਇੱਕ ਚੋਂ ਖੂਨ ਨਿਕਲੀ ਜਾਵੇ ਜੀ, ਵੱਧ ਨਿਕਲੀ ਜਾਵੇ ਜੀ। ਹਾਂਜੀ, ਚਕਰਿਤ ਭਏ ਸਭਾ ਨਰ ਸਾਰੇ। ਤੇ ਲੋਕ ਜਿੰਨੇ ਵੀ ਸਨ ਕਿਸੇ ਨੇ ਵੇਖਿਆ ਨਹੀਂ ਸੀ ਇੰਝ ਦੀ, ਪਹਿਲੀ ਵਾਰੀ ਵੇਖਿਆ, ਸਭ ਹੈਰਾਨ ਹੋ ਗਏ। ਸੰਗਤ ਜੀ ਹੁਣ ਕਥਾ ਤੇ ਆਪ ਜੀ ਨੇ ਵੀ ਬੜੀ ਵਾਰੀ ਸੁਣੀ ਹੈ, ਪਰ ਦੇਖਿਆ ਨਹੀਂ, ਦਰਸ਼ਨ ਨਹੀਂ ਕੀਤੇ। ਜਦੋਂ ਅੱਖਾਂ ਦੇ ਸਾਹਮਣੇ ਸੀਨ ਵਰਤਦਾ ਫਿਰ ਜ਼ਿਆਦਾ ਹੈਰਾਨ ਕਰਦਾ ਜੀ ਇਹ ਸਾਰਾ ਕੁਛ। ਹਾਂਜੀ, ਇਹ ਅਚਰਜ ਕਬ ਨਹੀਂ ਨਿਹਾਰੇ। ਸਾਰੇ ਕਹਿਣ ਵੀ ਇਹ ਤੇ ਅਚਰਜ ਹੀ ਹੈ, ਕਦੀ ਨਹੀਂ ਦੇਖਿਆ ਵੀ ਇਸ ਤਰ੍ਹਾਂ ਵੀ ਹੋ ਸਕਦਾ ਹੈ। ਹਾਂਜੀ, ਅਸਨ ਵਿਖੈ ਤੈ ਰਕਤ ਨਿਕਾਸਾ। ਵੀ ਭੋਜਨ ਵਿੱਚੋਂ ਖੂਨ ਕਿਵੇਂ ਨਿਕਲ ਰਿਹਾ ਹੈ? ਗੱਜ ਕੇ ਆਖੋ, ਗੱਜ ਕੇ। ਵੀ ਭੋਜਨ ਦੇ ਵਿੱਚੋਂ ਖੂਨ ਕਿਵੇਂ ਨਿਕਲ ਰਿਹਾ ਹੈ? ਹੈਰਾਨੀ ਵਾਲੀ ਗੱਲ ਹੈ ਵੀ ਇਹ ਤੇ ਕੋਈ ਜਿੰਦਾ ਚੀਜ਼ ਹੋਵੇ ਤਾਂ ਉਹਦੇ ਚੋਂ ਖੂਨ ਨਿਕਲਦਾ, ਤੇ ਭੋਜਨ ਚੋਂ ਖੂਨ ਨਿਕਲ ਰਿਹਾ, ਮਾਲ ਪੂੜੇ ਚੋਂ ਖੂਨ ਨਿਕਲੀ ਜਾਂਦਾ, ਇਹ ਕਿਵੇਂ ਨਿਕਲ ਰਿਹਾ? ਹਾਂ, ਕੀਨੋ ਇੱਕ ਤੇ ਦੂਧ ਪ੍ਰਕਾਸ਼ਾ। ਤੇ ਕੋਦਰੇ ਦੀ ਰੋਟੀ ਚੋਂ ਦੁੱਧ ਕਿਵੇਂ ਨਿਕਲ ਰਿਹਾ? ਇਹ ਕੀ ਹੋ ਰਿਹਾ ਹੈ? ਹਾਂਜੀ, ਦੋਹਰਾ ਭੀਰ ਭੂਰ ਭੌਨੰਗ ਭਰਿਓ। ਤੇ ਐ ਲੋਕਾਂ ਦੀ, ਵੇਖਣ ਵਾਲਿਆਂ ਦੀ ਭੀੜ ਦੇ ਨਾਲੋਂ ਸਾਰੀ ਸਭਾ ਭਰੀ ਪਈ ਹੈਗੀ ਜੀ, ਸਭ ਵੇਖ ਰਹੇ ਹੈਗੇ ਜੀ। ਤੇ ਮਹਾਰਾਜ ਸੱਚੀ ਸਰਕਾਰ, ਉਦੋਂ ਸਤਿਗੁਰੂ ਜੀ ਦਾ ਦਾੜਾ ਕਾਲਾ ਹੈਗਾ ਜੀ। ਤਸਵੀਰਾਂ ਦੇ ਵਿੱਚ ਕਈਆਂ ਦੇ ਵਿੱਚ ਨਾ ਮਹਾਰਾਜ ਦੇ ਸਰੂਪ ਬਣਾਏ ਤੇ ਚਿੱਟਾ ਦਾੜਾ ਵਿਖਾਇਆ ਜੀ। ਜਦੋਂ ਦਾ ਇਹ ਪ੍ਰਸੰਗ ਹੈ ਉਦੋਂ ਮਹਾਰਾਜ ਜੀ ਦਾ ਮੁੱਖ ਮੰਡਲ ਤੇ ਕਾਲੇ ਰੰਗ ਦਾ ਦਾੜਾ ਹੈਗਾ ਜੀ। ਮਹਾਰਾਜ ਜੀ ਨੇ ਅੱਜ ਇੱਕ ਬੰਨੋਂ ਮਾਲ ਪੂੜਾ, ਇੱਕ ਬੰਨੋਂ ਕੋਧਰੇ ਦਾ ਪ੍ਰਸ਼ਾਦਾ। ਮਾਲ ਪੂੜੇ ਚੋਂ ਖੂਨ ਨਿਚੜਨ ਦਿਆ ਤੇ ਕੋਧਰੇ ਦੇ ਪ੍ਰਸ਼ਾਦੇ ਚੋਂ ਦੁੱਧ ਨੁਚੜ ਰਿਹਾ। ਹਾਂਜੀ, ਹੀਰਤ ਅਚਰਜ ਬਾਤ। ਸਭ ਵੇਖ ਵੇਖ ਕੇ ਹੈਰਾਨ ਹੋਣ। ਹਾਂਜੀ, ਕੋਬਿਦ ਸਮਝ ਨਾ ਆਵਈ, ਦੀਸਤ ਹੈ ਬਖਿਆਤ। ਪ੍ਰਗਟ ਰੂਪ ਚ ਦਿਸ ਰਿਹਾ ਵਾ, ਹੋ ਅੱਖਾਂ ਦੇ ਸਾਹਮਣੇ ਰਿਹਾ ਵਾ, ਪਰ ਸਮਝ ਨਹੀਂ ਆ ਰਹੀ ਕਿਸੇ ਨੂੰ ਕੁਛ ਵੀ ਕਿਵੇਂ ਨਿਕਲ ਰਿਹਾ। ਤੁਸੀਂ ਵੀ ਸੋਚੋ ਵੀ ਮਾਲ ਪੂੜੇ ਚੋਂ ਖੂਨ ਕਿਵੇਂ ਨਿਕਲ ਸਕਦਾ ਹੈ ਜੀ? ਕੋਧਰੇ ਦੀ ਪ੍ਰਸ਼ਾਦੇ ਚੋਂ ਦੁੱਧ ਕਿਵੇਂ ਨਿਕਲ ਸਕਦਾ ਹੈ ਜੀ? ਨਿਕਲ ਰਿਹਾ ਹੈ ਪਰ ਸਮਝ ਨਹੀਂ ਆ ਰਹੀ ਕਿਸੇ ਨੂੰ। ਹਾਂਜੀ, ਚੌਪਈ ਸ੍ਰੀ ਗੁਰ ਧਰਮ ਮੂਲ ਸੋ ਸਾਨੀ। ਹਾਂਜੀ, ਬੋਲੇ ਪਰਮ ਮਨੋਹਰ ਬਾਣੀ। ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਦਾ ਮਨ ਪੜ ਕੇ ਨਾ ਜੀ ਗਰੀਬ ਨਵਾਜ ਨੂੰ ਮੁਖੋਂ ਬਚਨ ਕਰਦੇ ਆ। ਹਾਂਜੀ, ਬਹੁਤ ਨਰਨ ਕੋ ਸ਼੍ਰੋਣਤ ਲੀਨਾ। ਹਾਂਜੀ, ਤੈਂ ਕੋ ਬ੍ਰਹਮ ਭੋਜ ਤੈਂ ਕੀਨਾ। ਸਾਹਮਣੇ ਮਲਕ ਭਾਗੋ ਖਲੋਤਾ ਵੇਖ ਰਿਹਾ ਸੀਗਾ ਜੀ। ਮਹਾਰਾਜ ਕਹਿੰਦੇ ਮਲਕ ਭਾਗੋ ਆ ਮਾਲ ਪੂੜਾ ਤੇਰੇ ਬ੍ਰਹਮ ਭੋਜ ਦਾ ਹੀ ਹੈ ਨਾ? ਕਹਿੰਦਾ ਜੀ ਹਾਂ। ਮਹਾਰਾਜ ਕਹਿੰਦੇ ਪਤਾ ਇਹਦੇ ਚੋਂ ਖੂਨ ਕਿਉਂ ਨਿਕਲ ਰਿਹਾ? ਬਹੁਤ ਨਰਨ ਕੋ ਸ਼੍ਰੋਣਤ ਲੀਨਾ। ਜਿਹੜੀ ਕਮਾਈ ਤੂੰ ਕਰਦਾ ਹੈ ਨਾ, ਲੋਕਾਂ ਦਾ ਖੂਨ ਚੂਸਦਾ, ਬੇਈਮਾਨੀ ਦੀ ਕਮਾਈ ਹੈ, ਦਗੇ ਦੀ ਕਮਾਈ ਹੈ, ਝੂਠ ਹੈ, ਝੂਠ ਦੀ ਕਮਾਈ ਹੈ। ਮਹਾਰਾਜ ਕਹਿੰਦੇ ਬਹੁਤਿਆਂ ਲੋਕਾਂ ਦਾ ਲਹੂ ਨਚੋੜ ਕੇ ਪੈਸੇ ਇਕੱਠੇ ਕੀਤੇ ਆ ਤੂੰ, ਤੇ ਉਹਦਾ ਤੂੰ ਬ੍ਰਹਮ ਭੋਜ ਕਰ ਰਿਹਾ। ਹਾਂਜੀ, ਇਹ ਤੇ ਅਚਵਤ ਪੁੰਨ ਪਲਾਈ। ਹੁਣ ਬਚਨ ਆਪਣੇ ਸੁਣਨ ਵਾਲੇ ਤੇ ਚਲੋ ਸਾਖੀ ਦਾ ਤੇ ਬਹੁਤਿਆਂ ਨੂੰ ਪਤਾ ਲੱਗ ਜਾਂਦਾ ਸਰੂਪ ਵੇਖ ਕੇ ਹੀ ਵੀ ਇੱਕ ਬੰਨੋਂ ਮਾਲ ਪੂੜਾ ਤੇ ਇੱਕ ਬੰਨੋਂ ਪ੍ਰਸ਼ਾਦਾ, ਇੱਕ ਚੋਂ ਖੂਨ ਇੱਕ ਚੋਂ ਦੁੱਧ। ਪਰ ਬਚਨ ਤਾਂ ਨਹੀਂ ਨਾ ਸਰੂਪ ਚ ਲਿਖੇ ਹੁੰਦੇ, ਤਸਵੀਰ ਚ। ਮਹਾਰਾਜ ਕਹਿਣ ਲੱਗੇ ਮਲਕ ਭਾਗੋ ਗਰੀਬਾਂ ਦੇ ਨਾਲ ਠੱਗੀ ਕਰਕੇ, ਝੂਠ ਬੋਲ ਕੇ, ਲੋਕਾਂ ਦਾ ਖੂਨ ਨਿਚੋੜ ਕੇ, ਧੋਖੇ ਕਰ ਕਰਕੇ
ਜਿਹੜੀ ਤੂੰ ਕਮਾਈ ਕੀਤੀ ਆ ਤੇ ਵਧਾਈ ਆ, ਉਹਦਾ ਤੂੰ ਸਾਲ 'ਚ ਇੱਕ ਵਾਰੀ ਬ੍ਰਹਮ ਭੋਜ ਕਰ ਦਿੰਦਾ। ਮਹਾਰਾਜ ਕਹਿਣ ਲੱਗੇ ਜਿਹੜਾ ਬੰਦਾ, ਜਿਹੜਾ ਮਨੁੱਖ ਇਹ ਭੋਜਨ ਛਕੇਗਾ, ਪਾਪਾਂ ਦੇ ਨਾਲ ਇਕੱਠਾ ਕੀਤਾ ਹੋਇਆ ਭੋਜਨ ਛਕੇਗਾ, ਭੋਜਨ ਛਕਣ ਦੇ ਨਾਲ ਉਹਦੇ ਪੁੰਨ ਦੂਰ ਹੋ ਜਾਣਗੇ, ਪੁੰਨ ਨਾਸ ਹੋ ਜਾਣਗੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਕਿਵੇਂ? ਕੋਟ ਪੁੰਨ ਸੁਣ ਹਰ ਕੀ ਬਾਣੀ, ਪੁੰਨਾਂ ਦੀ ਗੱਲ ਆਈ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਆਪਾਂ ਸਤਿਗੁਰੂ ਜੀ ਦੇ ਚਰਨਾਂ 'ਚ ਬੈਠੇ ਸਾਰੇ। ਮਹਾਰਾਜ ਕਹਿੰਦੇ ਸਿੱਖੋ, ਕਰੋੜਾਂ ਪੁੰਨ ਤੁਹਾਡੇ ਬਣਨਗੇ ਜਦੋਂ ਤੁਸੀਂ ਗੁਰੂ ਦੀ ਬਾਣੀ, ਪਰਮੇਸ਼ਰ ਦੀ ਬਾਣੀ ਸੁਣੋਗੇ। ਹੁਣ ਇਹ ਪੁੰਨ ਬਣ ਗਏ, ਪਰ ਕਿਸੇ ਇਹੋ ਜੀ ਕਮਾਈ ਵਾਲੇ ਦਾ ਪ੍ਰਸ਼ਾਦਾ ਛਕ ਲਿਆ ਨਾ ਜੀ, ਪੁੰਨ ਨਾਸ ਹੋ ਜਾਣਗੇ ਜੀ। ਉਹ ਸਾਰੇ ਉਹ ਪੁੰਨ ਨਾਸ, ਉਹ ਜਿਹੜਾ ਫਲ ਮਿਲਿਆ ਉਹ ਨਾਸ ਹੋ ਜਾਏਗਾ ਸਾਰਾ ਜੀ। ਕਿੰਨਾ ਬਰੀਕ ਮਾਰਗ ਹੈਗਾ ਜੀ, ਬੰਦਾ ਧਿਆਨ ਹੀ ਨਹੀਂ ਦਿੰਦਾ ਜੀ, ਨਹੀਂ ਧਿਆਨ ਦਿੱਤਾ ਜਾਂਦਾ। ਪਰ ਜਿਹੜੇ ਮਨੋਂ ਇਸ ਰਸਤੇ ਤੇ ਤੁਰਦੇ ਨਾ ਜੀ, ਉਹ ਪੂਰਾ ਧਿਆਨ ਦਿੰਦੇ। ਇਹ ਕਿ ਅਚਬਤ ਪੁੰਨ ਪਲਾਈ, ਪਲਾਈ ਦਾ ਹੁੰਦਾ ਭੱਜ ਜਾਂਦੇ ਆ, ਨਾਸ ਹੋ ਜਾਂਦੇ ਆ। ਆਹ ਪ੍ਰਸ਼ਾਦਾ ਭੋਜਨ ਛਕਣ ਦੇ ਨਾਲ ਪੁੰਨ ਨਾਸ ਹੋ ਜਾਣਗੇ। ਕਲਮਲ ਸੋ ਧਨ ਕੀਏ ਇਕ ਠਾਈ। ਕਿਉਂ? ਤੂੰ ਪਾਪਾਂ ਦੇ ਨਾਲ ਮਾਇਆ ਇਕੱਠੀ ਕੀਤੀ ਸੀਗੀ। ਇਹ ਪਾਪਾਂ ਦੇ ਨਾਲ ਧਨ ਜਿਹੜਾ ਇਕੱਠਾ ਕੀਤਾ, ਉਹਦਾ ਪ੍ਰਸ਼ਾਦਾ ਹੈ, ਉਹਦਾ ਭੋਜਨ ਹੈ। ਹਾਂਜੀ। ਸੁਨੋ ਮਲਕ ਜਿਹ ਕੋ ਸੁਧ ਨਾਹੀ। ਮਹਾਰਾਜ ਕਹਿੰਦੇ ਮਲਕ ਸੁਣ, ਜਿਹਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਹੈ। ਹਾਂਜੀ। ਸੋ ਇਹ ਸ਼੍ਰੋਣਿਤ ਹਿਤ ਕਰ ਖਾਈ। ਉਹ ਤੇ ਆ ਖੂਨ ਖੁਸ਼ੀ ਖੁਸ਼ੀ ਪੀ ਵੀ ਜਾਵੇਗਾ। ਮਹਾਰਾਜ ਕਹਿੰਦੇ ਆ ਖੂਨ ਨਾਲ ਭਿੱਜਿਆ ਹੋਇਆ ਭੋਜਨ ਖੁਸ਼ੀ ਦੇ ਨਾਲ ਖਾਏਗਾ, ਜਿਹਨੂੰ ਸਮਝ ਨਹੀਂ ਹੈਗੀ, ਜਿਹਨੂੰ ਪਤਾ ਨਹੀਂ ਹੈਗਾ। ਹਾਂਜੀ। ਤਪਿਅਨ ਤਨ ਸੀਜੈ ਇਹ ਖਾਏ। ਪਰ ਜਿਹਨੂੰ ਸਮਝ ਹੈਗੀ ਉਹ ਤਾਂ ਨਹੀਂ ਖਾਏਗਾ। ਹੁਣ ਇਹ ਸਾਧ ਸੰਗਤ ਜੀ, ਕੋਈ ਖੂਨ ਭਰ ਕੇ ਕਿਸੇ ਨੂੰ ਦੇ ਕੇ ਕਵੇ ਪੀ ਲਾ, ਕੋਈ ਹਵਸ਼ੀ ਬੰਦਾ ਹੀ ਹੋਏਗਾ ਜਿਹੜਾ ਪੀਵੇਗਾ, ਸਿਆਣਾ ਤਾਂ ਨਹੀਂ ਪੀਏਗਾ। ਪਰ ਅੰਮ੍ਰਿਤ ਸਭ ਨੇ ਛਕ ਲੈਣਾ ਜੀ। ਤਪਿਅਨ ਤਪ ਛੀਜੈ ਇਹ ਖਾਏ। ਆਹ ਖਾਣ ਦੇ ਨਾਲ, ਪਾਪਾਂ ਦੀ ਕਮਾਈ ਦਾ ਜਿਹੜਾ ਭੋਜਨ ਹੈ, ਉਹ ਖਾਣ ਦੇ ਨਾਲ ਤਪੀਆਂ ਦੇ ਤਪ ਨਾਸ ਹੋ ਜਾਂਦੇ ਆ, ਤਪ ਨਾਸ ਹੋ ਜਾਂਦੇ। ਬੁੱਧੀ ਖਰਾਬ ਹੋ ਗਈ ਜੀ। ਜਿਹੋ ਜਿਹਾ ਖਾਵਾਂਗੇ ਬੁੱਧੀ ਉਹੋ ਜਿਹੀ ਬਣੀ ਜਾਏਗੀ। ਹਾਂਜੀ। ਧਿਆਨੀ ਧਿਆਨ ਨਾ ਲੱਗੈ ਲਗਾਏ। ਧਿਆਨੀ ਬੰਦਾ ਜਿਹਦਾ ਰੱਬ ਦੇ ਨਾਮ 'ਚ ਧਿਆਨ ਜੁੜਦਾ ਹੈ। ਕਹੋ ਪ੍ਰੇਮ ਨਾਲ ਵਾਹਿਗੁਰੂ। ਫਿਰ ਕਹੋ ਜੀ ਵਾਹਿਗੁਰੂ। ਧਿਆਨੀ ਪੁਰਸ਼ ਜਿਹਦਾ ਪਰਮੇਸ਼ਰ ਦੇ ਚਰਨਾਂ 'ਚ ਧਿਆਨ ਜੁੜਦਾ ਹੈ, ਉਹ ਇਹ ਛਕੇਗਾ, ਮੁੜ ਉਹਦਾ ਧਿਆਨ ਨਹੀਂ ਲੱਗੇਗਾ ਜੀ। ਤੇ ਸੰਗਤ ਜੀ, ਨਾਮ ਜਪਦੇ ਆ, ਜਿਹਦਾ ਧਿਆਨ ਲੱਗਣ ਲੱਗ ਪਵੇ ਨਾ, ਉਹਦੇ ਮਨ ਨੂੰ ਸੁੱਖ ਮਿਲਣ ਲੱਗ ਪੈਂਦਾ ਜੇ। ਮਨ ਸੁਖੀ ਹੋਣ ਲੱਗ ਪੈਂਦਾ ਉਹਦਾ। ਤੇ ਮਾਫ ਕਰਿਓ, ਇੱਕ ਵਾਰੀ ਜਦੋਂ ਬੰਦਾ ਉਸ ਸੁੱਖ ਦਾ ਝਲਕਾਰਾ ਲੈ ਲੈਂਦਾ ਨਾ ਜੀ, ਤੇ ਮੁੜ ਉਹ ਸੁੱਖ ਨਹੀਂ ਮਿਲਦਾ, ਫਿਰ ਉਹਨੂੰ ਪੁੱਛੋ ਉਹਦੇ ਤੇ ਕੀ ਬੀਤਦੀ ਹੈ ਜੀ। ਫਿਰ ਉਹਨੂੰ ਪੁੱਛੋ ਵੀ ਕੀ ਬੀਤਦੀ ਤੇਰੇ ਤੇ। ਤਪੀ ਬੰਦੇ ਇਹ ਭੋਜਨ ਛਕਣਗੇ, ਉਹਨਾਂ ਦਾ ਤਪ ਨਾਸ ਹੋ ਜਾਏਗਾ। ਧਿਆਨੀ ਬੰਦੇ ਇਹ ਭੋਜਨ ਛਕਣਗੇ, ਉਹ ਧਿਆਨ ਨਹੀਂ ਲਾ ਸਕਦੇ। ਮਹਾਰਾਜ ਕਹਿਣ ਲੱਗੇ। ਹਾਂਜੀ। ਖਾਵਤ ਮਨ ਕੋ ਕਰਤ ਮਲੀਨਾ। ਇਹ ਭੋਜਨ ਛਕਣ ਦੇ ਨਾਲ ਖਾਂਦਿਆਂ ਮਨ ਮਲੀਨ ਹੋ ਜਾਏਗਾ, ਮਲੀਨ ਹੋ ਜਾਏਗਾ। ਸੱਚੀ ਸੁੱਚੀ ਕਿਰਤ ਦਾ ਭੋਜਨ ਕੋਈ ਛਕਦਾ ਹੋਵੇ ਤੇ ਸਾਧ ਸੰਗਤ ਜੀ, ਉਹ ਪ੍ਰੇਮ ਨਾਲ ਉਹਨੇ ਬਣਾਇਆ ਹੋਵੇ ਤੇ ਭੋਜਨ ਛਕਣ ਵਾਲੇ ਦਾ ਮਨ ਪਵਿੱਤਰ ਹੋ ਜਾਂਦਾ ਜੀ। ਸਿੱਖ ਪੰਥ ਵਿੱਚ ਇੱਕ ਮਹਾਨ ਹਸਤੀ ਹੋਈ ਹੈ, ਸ਼੍ਰੀਮਾਨ
ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ, ਸੰਤ ਰੂਹ, ਸੰਤ ਕਵੀ, ਮਹਾਨ ਵਿਦਵਾਨ, ਜਿਨ੍ਹਾਂ ਨੇ ਬਹੁਤ ਸਾਹਿਤ ਲਿਖਿਆ ਤੇ ਬੜੀ ਉੱਚੀ ਉਡਾਰੀ ਦੇ ਮਾਲਕ ਜੀ। ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਉਹਨਾਂ ਦੇ ਘਰੋਂ ਗੁਲਦਸਤਾ ਬਣ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਜਾਂਦਾ ਫੁੱਲਾਂ ਦਾ। ਭਾਈ ਸਾਹਿਬ ਜੀ ਦੇ ਜਨਮ ਤੋਂ ਪਹਿਲਾਂ ਦੀ ਘਟਨਾ 'ਚ ਭਾਈ ਵੀਰ ਸਿੰਘ ਜੀ ਦੀ ਮਾਤਾ, ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਇੱਕ ਸਾਧੂ ਨੇ ਉਹਨਾਂ ਦੇ ਘਰੋਂ ਪ੍ਰਸ਼ਾਦਾ ਛਕਿਆ ਜੀ। ਮਾਤਾ ਦਾ ਜੀਵਨ ਬਹੁਤ ਉੱਚਾ ਸੁੱਚਾ ਸੀਗਾ। ਸਾਧੂ ਨੇ ਪ੍ਰਸ਼ਾਦਾ ਛਕਿਆ, ਅਗਲੇ ਦਿਨ ਉਹ ਸਾਧੂ ਫਿਰ ਛਕਣ ਆਇਆ ਤੇ ਉਹਨੇ ਮੰਗ ਕੇ ਪ੍ਰਸ਼ਾਦਾ ਛਕਿਆ ਜੀ। ਉਹਨੇ ਦੱਸਿਆ, ਇਹਨਾਂ ਦੇ ਘਰੋਂ, ਇਹਨਾਂ ਦੇ ਹੱਥੋਂ ਪ੍ਰਸ਼ਾਦਾ ਛਕ ਕੇ ਮੇਰੀ ਸੁਰਤ ਨੂੰ ਸੁੱਖ ਮਿਲਿਆ ਹੈ, ਮੇਰਾ ਧਿਆਨ ਹੋਰ ਜੁੜਿਆ, ਮੈਨੂੰ ਨਾਮ ਜਪਣ ਦਾ ਆਨੰਦ ਆਇਆ। ਇੰਨਾ ਅਸਰ ਹੈ, ਇੰਨਾ ਅਸਰ ਹੈ। ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹ ਭਿੰਡਰਾਂ ਨਗਰ ਦੇ ਹੋਏ ਆ। ਆ ਹੁਣੇ ਹੀ 6 ਜੂਨ ਲੰਘੀ ਹੈ। ਸਾਰੀ ਕੌਮ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਯਾਦ ਕੀਤਾ। ਤੇ ਜਿਹੜਾ ਭਿੰਡਰਾਂ ਵਾਲੇ ਸ਼ਬਦ ਹੈ ਨਾ, ਇਹ ਸੰਤ ਸੁੰਦਰ ਸਿੰਘ ਜੀ ਤੋਂ ਚੱਲਿਆ। ਭਿੰਡਰਾਂ ਵਾਲੇ ਸ਼ਬਦ, ਭਿੰਡਰਾਂ ਪਿੰਡ ਉਹਨਾਂ ਦਾ। ਅੱਜ ਵੀ ਭਿੰਡਰੀ ਉੱਥੇ ਅਸਥਾਨ ਬਣਿਆ ਮਹਾਂਪੁਰਖਾਂ ਦਾ। ਮਹਾਂਪੁਰਖਾਂ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਖਜਾਨ ਸਿੰਘ ਜੀ, ਤੇ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਜਨਮ ਤੋਂ ਪਹਿਲਾਂ ਬਾਬਾ ਖਜਾਨ ਸਿੰਘ ਜੀ ਤੇ ਉਹਨਾਂ ਦੀ ਪਤਨੀ ਨੇ ਰਲ ਕੇ 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਸੀਗਾ ਜੀ। ਤੇ ਫਿਰ ਜਨਮ ਹੋਇਆ ਮਹਾਂਪੁਰਸ਼ਾਂ ਦਾ। ਹੁਣ ਇੰਨੀ ਬਾਣੀ ਪੜ੍ਹਦੇ ਆ ਤੇ ਫਿਰ ਛਕਦੇ ਕੀ ਹੈ? ਜਿਹਦੇ ਨਾਲ ਮਨ ਬਣਦਾ। ਛਕਦੇ ਕੀ ਸੀ ਉਹ ਸੱਚੀ ਸੁੱਚੀ ਕਮਾਈ ਛਕਦੇ ਸੀਗੇ। ਖੇਤ ਦੀ ਵਾੜ ਕਰਨੀ ਤੇ ਆਪਣੇ ਖੇਤ ਤੋਂ ਦੂਜੇ ਦੇ ਖੇਤ ਦੇ ਵਿੱਚ ਕਿੰਨਾ ਫਰਕ ਰੱਖ ਲੈਣਾ ਜੀ। ਫਰਕ ਰੱਖਣਾ। ਸਿੰਘ ਕਹਿੰਦੇ ਜੀ ਬਾਬਾ ਜੀ ਇਹ ਕਿਉਂ? ਕਹਿੰਦੇ ਉਹਦੇ ਖੇਤ ਦੇ ਦਾਣੇ ਸਾਡੇ ਖੇਤ 'ਚ ਨਾ ਆ ਰਲਣ, ਇੰਨਾ ਧਿਆਨ ਰੱਖਦੇ ਜੀ। ਉਹਦੇ ਦਾਣੇ ਸਾਡੇ 'ਚ ਨਾ ਆ ਰਲਣ, ਇੰਨਾ ਧਿਆਨ ਰੱਖਦੇ ਸੀਗੇ। ਸੱਚੀ ਸੁੱਚੀ ਕਮਾਈ। ਤੇ ਛਕਣ ਵਾਲੇ ਦਾ ਮਨ ਫਿਰ ਕਿਉਂ ਨਹੀਂ ਪਵਿੱਤਰ ਹੋਏਗਾ? ਮਹਾਰਾਜ ਗਰੀਬ ਨਵਾਜ ਕਹਿੰਦੇ ਆ, ਖਾਵਤ ਮਨ ਕੋ ਕਰਤ ਮਲੀਨਾ। ਆਹ ਜਿਹੜਾ ਭੋਜਨ ਇਹ ਤਾਂ ਖਾਇਆ ਮਨ ਮੈਲਾ ਹੋ ਜਾਏਗਾ, ਮਹਾਰਾਜ ਕਹਿੰਦੇ। ਹਾਂਜੀ, ਹਰ ਜਸ ਰੰਗ ਨਾ ਚੜ੍ਹੈ ਨਵੀਨਾ। ਪਰਮੇਸ਼ਰ ਦੇ ਨਾਮ ਦਾ ਰੰਗ, ਜਸ ਦਾ ਰੰਗ ਨਹੀਂ ਚੜ੍ਹਦਾ। ਫਿਰ ਕਹਿੰਦੇ ਹੁਣ ਬੰਦਾ ਕਵੇ ਮੇਰਾ ਕਿਉਂ ਨਹੀਂ ਜੀ ਕਰਦਾ ਨਾਮ ਜਪਣ ਨੂੰ, ਮੈਨੂੰ ਕਿਉਂ ਨਹੀਂ ਰਸ ਆਉਂਦਾ? ਤੇ ਚੋਰੀ ਦੀ ਤੇ ਕਮਾਈ ਖਾਣੀ ਹੈ ਤੇ ਰਸ ਫਿਰ ਕੀ ਕਹਿੰਦੇ ਹੁੰਦੇ ਵੀ ਸਵਾਹ ਹੋਣਾ ਹੈ। ਕਹਿੰਦੇ ਜਦੋਂ ਖਾਣੀ ਚੋਰੀ ਦੀ ਕਮਾਈ ਹੈ, ਬੇਈਮਾਨੀ ਦੀ ਕਮਾਈ ਖਾਣੀ ਹੈ, ਤੇ ਰਸ ਕਿੱਥੋਂ ਆਏਗਾ ਸਾਧ ਸੰਗਤ ਦੀ? ਮਹਾਰਾਜ ਕਹਿਣ ਲੱਗੇ, ਹਰ ਜਸ ਰੰਗ ਨਾ ਚੜ੍ਹੇ ਨਵੀਨਾ। ਮਲਕ ਆ ਖਾਦਿਆਂ ਰੱਬ ਦੇ ਨਾਮ ਦਾ ਰਸ ਨਹੀਂ ਆਉਣਾ। ਹਾਂਜੀ, ਦੋਹਰਾ ਸੋਧ ਜਿਨ ਕੇ ਹਿਰਦੈ ਵਿਖੈ, ਸੋ ਕਿਉ ਸ਼੍ਰੋਣਿਤ ਪੀ। ਜਿਨ੍ਹਾਂ ਨੂੰ ਸਮਝ ਹੈ ਉਹ ਇਹ ਖੂਨ ਤੇਰਾ ਦਿੱਤਾ ਹੋਇਆ ਕਿਉਂ ਪੀਣਾ? ਹਾਂਜੀ, ਪੁੰਨਹੀਨ ਨਿਜ ਕਿਉਂ ਕਰੈ, ਸਮਝ ਦੇਖੀਏ ਹੀ। ਮਹਾਰਾਜ ਕਹਿਣ ਲੱਗੇ ਆਪਣੇ ਹਿਰਦੇ 'ਚ ਸਮਝ, ਉਹ ਆਪਣੇ ਆਪ ਨੂੰ ਪੁੰਨਾਂ ਤੋਂ ਖਾਲੀ ਕਿਉਂ ਕਰਨ ਤੇਰਾ ਇਹ ਪ੍ਰਸ਼ਾਦਾ ਛਕ ਕੇ। ਸੋ ਸਾਧ ਸੰਗਤ ਜੀ, ਅੱਗੇ ਆਪਾਂ ਅਗਲੇ ਬੁੱਧਵਾਰ ਸੁਣਾਂਗੇ। ਇੰਨਾ ਕੁ ਪ੍ਰਸੰਗ ਜਿਹੜਾ ਆਪਾਂ ਚੇਤੇ ਰੱਖਣਾ। ਕੀ ਚੇਤੇ ਰੱਖਣਾ? ਧਰਮ ਦੀ ਕਮਾਈ
ਸੱਚੀ ਸੁੱਚੀ ਕਮਾਈ ਆਪ ਵੀ ਛਕੋ, ਬੱਚਿਆਂ ਨੂੰ ਵੀ ਛਕਾਓ, ਆਪੇ ਹੀ ਸਾਰੇ ਧਰਮ ਦੇ ਮਾਰਗ ਤੇ ਚੱਲਣਗੇ। ਤੇ ਜਦੋਂ ਬੇਈਮਾਨੀ ਦੀ ਕਮਾਈ ਕੋਈ ਬੰਦਾ ਆਪਣੇ ਘਰ 'ਚ ਲੈ ਕੇ ਆਉਂਦਾ ਹੈ ਨਾ, ਤੇ ਫਿਰ ਜਿਹੜਾ ਨਿਤਨੇਮ ਦੇ ਪੁੰਨ ਬਣੇ ਹੁੰਦੇ ਆ ਉਹ ਵੀ ਚਲੇ ਜਾਂਦੇ ਆ, ਉਹ ਵੀ ਚਲੇ ਜਾਂਦੇ ਆ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਅਸੀਂ ਸਦਾ ਕਿਰਤ ਦੀ ਕਮਾਈ। ਇਸੇ ਕਰਕੇ ਮਹਾਰਾਜ ਦੇ 3 ਸਿਧਾਂਤ ਨੇ। ਨਾਮ ਜਪਣਾ ਦੂਜੇ ਨੰਬਰ ਤੇ ਹੈ, ਪਹਿਲਾਂ ਕਿਰਤ ਕਰਨੀ ਹੈ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਇਹ ਸਿੱਖੀ ਦਾ ਆਧਾਰ ਹੈ। ਸਤਿਗੁਰੂ ਜੀ ਕਿਰਪਾ ਕਰਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ੁਭ ਵਿਚਾਰ ਸਾਡੀ ਜ਼ਿੰਦਗੀ ਦੇ ਵਿੱਚ ਵਸੇ। ਪਿਆਰ ਨਾਲ ਸਾਰੇ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਹੁਣ ਆਪ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਕੀਰਤਨ ਸਰਵਣ ਕਰਾਉਣਗੇ। ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ, ਫਿਰ ਬਾਬਾ ਜੀ ਨੇ ਆਪ ਜੀ ਦੇ ਦਰਸ਼ਨ ਕਰਨੇ ਹਨ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।